ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੋਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਣ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਨ। ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਰਾਤੀ ਰੁੱਤੀ ਥਿੱਤੀ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਸੋਢੀ ਸੁਲਤਾਨ ਚੌਥੇ ਨਾਨਕ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਅਵਤਾਰ ਪੁਰਬ ਦਿਹਾੜਾ ਵੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਔਰ ਇਹਨਾਂ ਦੇ ਮਾਤਾ ਪਿਤਾ ਲਾਹੌਰ ਸ਼ਹਿਰ, ਜੋ ਪੁਰਾਤਨ ਪੰਜਾਬ ਦੀ ਰਾਜਧਾਨੀ ਵੀ ਸੀ, ਉਸ ਦੇ ਅੰਦਰ ਇੱਕ ਚੂਨਾ ਮੰਡੀ ਸਥਿਤ ਹੈ, ਜਿੱਥੇ ਹੀਰੇ ਮੋਤੀ ਲਾਲਾਂ ਦੀਆਂ ਕਣੀਆਂ ਦਾ ਵਪਾਰ ਹੁੰਦਾ ਸੀ। ਉਸ ਚੂਨਾ ਮੰਡੀ ਅੰਦਰ ਇੱਕ ਮਹਾਨ ਧਾਰਮਿਕ ਨੇਕ ਮਹਾਂਪੁਰਖ ਬਾਬਾ ਹਰਦਾਸ ਜੀ ਰਹਿੰਦੇ ਸਨ, ਔਰ ਉਹਨਾਂ ਦੀ ਧਰਮ ਪਤਨੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਜੀ, ਜਿਨ੍ਹਾਂ ਦਾ ਪਹਿਲਾ ਨਾਮ ਮਾਤਾ ਅਨੂਪੀ ਜੀ ਸੀ, ਪਰ ਬਾਅਦ ਵਿੱਚ ਦਇਆ ਕੌਰ ਉਹਨਾਂ ਦਾ ਨਾਮ ਹੋਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 1531 ਈਸਵੀ ਨੂੰ ਅੱਜ ਦੇ ਦਿਨ ਲਾਹੌਰ ਚੂਨਾ ਮੰਡੀ ਵਿਖੇ ਪਾਵਨ ਅਵਤਾਰ ਧਾਰਨਾ ਕੀਤਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਸਾਰਾ ਇਤਿਹਾਸ ਪੜ੍ਹ ਕੇ ਵੇਖਦੇ ਹਾਂ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਮਹਾਨ ਪਰਉਪਕਾਰ ਕੀਤੇ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹ ਸੀ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਧੰਨ ਧੰਨ ਰਾਮਦਾਸ ਗੁਰ, ਜਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ,
ਆਪ ਸਿਰਜਣਹਾਰਾ ਧਾਰਿਆ। ਸਾਨੂੰ ਇੱਕ ਅਜਿਹਾ ਸਰਵੋਤਮ ਰਾਜ ਤੀਰਥ ਬਖਸ਼ਿਸ਼ ਕੀਤਾ ਜਿਸ ਦੀ ਮਹਿਮਾ ਅਪਰਪਾਰ ਹੈ। ਅੰਮ੍ਰਿਤ ਸਾਰ ਸਤਿਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋਹੈ। ਇਹ ਉਹ ਪਾਵਨ ਅੰਮ੍ਰਿਤ ਦਾ ਸਰੋਵਰ ਹੈ ਜਿੱਥੇ ਨਹਾ ਕੇ ਕਾਂ ਵੀ ਹੰਸ ਬਣ ਗਏ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਸਾਰ ਨੂੰ ਮਹਾਨ ਦੇਣ ਹੈ। ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਹਰ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰਾ ਕੀਨੇ ਦਾਨਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਹੋਰ ਬੇਅੰਤ ਪਰਉਪਕਾਰ ਸਾਡੇ ਤੇ ਕੀਤੇ, ਉੱਥੇ ਨਾਲ ਦੀ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਵੈਰਾਗਮਈ ਬਾਣੀ ਵੀ ਉਚਾਰਨ ਕੀਤੀ। ਉਸ ਬਾਣੀ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਦੀ ਪ੍ਰਾਰੰਭਤਾ ਕੀਤੀ ਸੀ, ਔਰ ਉਹ ਸਿੱਖ ਧਰਮ ਦੀ ਜੋ ਅਸਲੀ ਮਰਜ਼ਾਦਾ ਹੈ ਉਹਦਾ ਵੀ ਬੰਨ੍ਹ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਹੀ ਬੰਨ੍ਹਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਸਿੱਖੀ ਦੇ ਬੁਨਿਆਦੀ ਅਸੂਲ ਬਣਾਏ ਗਏ। ਫਿਰ ਇਹਦੇ ਨਾਲ ਹੀ ਗੁਰਮੁਖ ਨਾਮ, ਦਾਨ, ਇਸ਼ਨਾਨ ਇਹਨਾਂ ਦੀ ਵੀ ਪਾਲਣਾ ਕੀਤੀ ਗਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਮਹਾਨ ਪਰਉਪਕਾਰ ਕੀਤਾ ਹੈ। ਸਿੱਖ ਧਰਮ ਦਾ ਇੱਕ ਐਸਾ ਬੰਨ੍ਹ ਨੂੰ ਬੰਨ੍ਹਿਆ ਹੈ, ਸਿੱਖ ਦੀ ਇੱਕ ਇਹੋ ਜਿਹੀ ਰਹਿਤ ਮਰਜ਼ਾਦਾ ਕਾਇਮ ਕੀਤੀ ਜਿੱਥੋਂ ਹਰ ਵੇਲੇ ਅਸੀਂ ਅਗਵਾਈ ਪ੍ਰਾਪਤ ਕਰਦੇ ਹਾਂ ਤੇ ਕਰਦੇ ਰਵਾਂਗੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਸੋਢੀ ਸੁਲਤਾਨ ਸਤਿਗੁਰੂ ਜੀਓ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਗੁਰਸਿੱਖ ਦੀ ਰਹਿਤ ਮਰਜ਼ਾਦਾ, ਗੁਰਸਿੱਖ ਦੀ ਨਿਤ ਕਰਨੀ, ਗੁਰਸਿੱਖ ਦਾ ਨਿਤਨੇਮ ਕਿਹੋ ਜਿਹਾ ਹੋਣਾ ਚਾਹੀਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਸੋਹਣੇ ਸਰਲ ਤਰੀਕੇ ਦੇ ਨਾਲ ਸਮਝਾ ਦਿੱਤਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੋ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ। ਅਖੀਰ ਤੇ ਸਤਿਗੁਰੂ ਨੇ ਇਹ ਬਚਨ ਉਚਾਰਨ ਕੀਤੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਕਿੰਨੀ ਸ਼ਾਨਦਾਰ ਗੁਰੂ ਮਹਾਰਾਜ ਨੇ ਸਿੱਖ ਦੀ ਮਰਜ਼ਾਦਾ ਕਾਇਮ ਕੀਤੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਜੋ ਗੁਰਸਿੱਖ ਨੇ ਕਰਤੱਵ ਕਰਨਾ ਹੈ, ਧਾਰਮਿਕ ਫਰਜ਼ਾਂ ਦੀ ਪਾਲਣਾ ਕਰਨੀ ਹੈ,
ਉਹ ਸਾਰੇ ਹੀ ਇਸ ਸ਼ਲੋਕ ਦੇ ਅੰਦਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸ ਦਿੱਤੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜਿੱਥੇ ਹੋਰ ਅਸੀਂ ਪਰਉਪਕਾਰ ਯਾਦ ਕਰਦੇ ਹਾਂ, ਉੱਥੇ ਇਹ ਵੀ ਇੱਕ ਸਤਿਗੁਰੂ ਦਾ ਮਹਾਨ ਪਰਉਪਕਾਰ ਸੀ। ਗੁਰਸਿੱਖ ਦੀ ਇੱਕ ਵੱਖਰੀ ਰਹਿਤ ਮਰਜ਼ਾਦਾ ਕਾਇਮ ਕਰਨੀ। ਭਾਵੇਂ ਸਿੱਖ ਧਰਮ ਪਹਿਲਾਂ ਹੀ ਇੱਕ ਨਿਰਾਲਾ ਧਰਮ ਸੀ। ਭਾਈ ਗੁਰਦਾਸ ਜੀ ਦੇ ਮੁਤਾਬਕ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਅਥਵਾ ਕੀਤੋਸ ਆਪਣਾ ਪੰਥ ਨਿਰਾਲਾ। ਇਹ ਜਿਹੜਾ ਗਾਡੀ ਰਾਹ ਸੀ, ਇਹਦੇ ਕੁਝ ਅਸੂਲ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ੇ, ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਏ, ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਦੀ ਪਾਲਣਾ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਧਾਰਮਿਕ ਅਸੂਲਾਂ ਦੀ ਇੱਕ ਐਸੀ ਸੂਚੀ ਤਿਆਰ ਕਰਕੇ ਸਾਨੂੰ ਦੇ ਦਿੱਤੀ। ਕੋਈ ਵੀ ਗੁਰਸਿੱਖ ਮਾਈ ਭਾਈ ਹੁਣ ਕਦੋਂ ਵੀ ਕਿਸੇ ਵੇਲੇ ਵੀ ਇਸ ਤੋਂ ਅਗਵਾਈ ਕਰ ਸਕਦਾ ਹੈ। ਆਪ ਸੰਗਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤ ਰੂਪ ਬਾਣੀ ਜਪਜੀ ਸਾਹਿਬ ਜੀ ਦੀ ਕਥਾ ਸਰਵਣ ਕਰ ਰਹੇ ਹੋ। 33 ਪੌੜੀਆਂ ਦੀ ਕਥਾ ਸੰਪੂਰਨ ਹੋਈ ਹੈ। ਹੁਣ ਅੱਗੇ 34ਵੀਂ ਪੌੜੀ ਆਰੰਭ ਹੋਣ ਲੱਗੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਜਿਵੇਂ ਹਿੰਦੂਆਂ ਦਾ ਧਰਮ ਹੈ ਔਰ ਉਹਦੇ ਵਿੱਚ 3 ਕਾਂਡਾਂ ਦਾ ਵਰਣਨ ਕੀਤਾ ਮਿਲਦਾ ਹੈ, ਕਰਮ, ਉਪਾਸਨਾ ਅਤੇ ਗਿਆਨ। ਹਿੰਦੂ ਮਤ ਦੇ ਧਰਮ ਗ੍ਰੰਥ ਵੇਦ ਮੰਨੇ ਗਏ ਹਨ। ਉਹਨਾਂ ਵੇਦਾਂ ਦੀ 80,000 ਸ਼ਰੂਤੀ ਕਰਮਕਾਂਡ ਦਾ ਹੀ ਨਿਰਣਾ ਕਰਦੀ ਹੈ। 16,000 ਸ਼ਰੂਤੀ ਉਪਾਸਨਾ ਦੇ ਬਾਰੇ ਦੱਸਦੀ ਹੈ। 4,000 ਸ਼ਰੂਤੀ ਗਿਆਨ ਦਾ ਕਥਨ ਕਰਦੀ ਹੈ। 1 ਲੱਖ ਸ਼ਰੂਤੀ ਵੇਦ ਦੀ ਮੰਨੀ ਹੋਈ ਹੈ। ਹਿੰਦੂ ਧਰਮ ਨੇ ਕਰਮਕਾਂਡ ਤੋਂ ਸ਼ੁਰੂ ਕਰਕੇ ਗਿਆਨ ਤੇ ਜਾ ਕੇ ਸਮਾਪਤੀ ਕੀਤੀ ਹੈ, ਔਰ ਇਸ ਦੇ ਨਾਲ ਹੀ ਦੂਸਰਾ ਵੱਡਾ ਧਰਮ ਇਸਲਾਮ ਧਰਮ ਹੈ। ਉਹਨਾਂ ਨੇ 4 ਅਵਸਥਾ ਦਾ ਨਿਰਣਾ ਕੀਤਾ ਹੈ। ਸਭ ਤੋਂ ਪਹਿਲਾਂ ਸ਼ਰੀਅਤ ਦੀ ਗੱਲ ਆਉਂਦੀ ਹੈ, ਦੂਸਰੇ ਨੰਬਰ ਤੇ ਤਰੀਕਤ ਦੀ ਗੱਲ ਆਉਂਦੀ ਹੈ, ਚੌਥੇ ਨੰਬਰ ਤੇ ਮਾਰਫਤ ਦੀ ਗੱਲ ਆਉਂਦੀ ਹੈ, ਚੌਥੇ ਨੰਬਰ ਤੇ ਹਕੀਕਤ ਇੱਕ ਐਸੀ ਅਵਸਥਾ ਹੈ ਵੀ ਜਿਹੜੀ ਇਸਲਾਮ ਦੇ ਮੁਤਾਬਕ ਸਭ ਤੋਂ ਉੱਚੀ ਤੇ ਸਭ ਤੋਂ ਉੱਤਮ ਅਵਸਥਾ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੋ ਤੁਸਾਂ ਸਿੱਖੀ ਦਾ ਮਾਰਗ ਬਖਸ਼ਿਸ਼ ਕੀਤਾ ਹੈ, ਇਹਦੇ ਪੜਾਅ ਕਿੰਨੇ ਹਨ, ਇਹਦੀਆਂ ਭੂਮਿਕਾ, ਇਹਦੀਆਂ ਸਟੇਜਾਂ ਕਿੰਨੀਆਂ ਨੇ, ਇਹਦੇ ਬਾਰੇ ਸਾਨੂੰ ਦੱਸੋ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਅੱਗੇ 5 ਖੰਡਾਂ ਦਾ ਵਰਣਨ ਕੀਤਾ ਹੈ। ਖੰਡ ਤੋਂ ਮੁਰਾਦ ਹੈ ਅਸਥਾਨ ਦੀ, ਕਿਸੇ ਧਰਤੀ ਦੀ, ਕਿਸੇ ਜਗ੍ਹਾ ਦੀ। ਇਸ ਤੋਂ ਭਾਵ ਲੈਣਾ ਹੈ ਸਟੇਜਾਂ, ਵੀ ਜਿਹੜਾ ਸਿੱਖੀ ਦਾ ਮਾਰਗ ਹੈ ਇਹਦੀਆਂ ਕੁਝ ਸਟੇਜਾਂ ਹਨ, ਕੁਝ ਭੂਮਿਕਾਵਾਂ ਹਨ, ਔਰ ਉਹਨਾਂ ਦੇ ਰਾਹੀਂ ਗੁਰਸਿੱਖ ਨੇ ਆਪਣੀ ਮੰਜ਼ਿਲ ਤੱਕ ਜਾਣਾ ਹੈ। ਸਭ ਤੋਂ ਪਹਿਲੀ ਸਟੇਜ ਹੈ ਧਰਮ, ਜਿਸ ਨੂੰ ਧਰਮਖੰਡ ਦਾ ਨਾਮ ਸਤਿਗੁਰੂ ਨੇ ਦਿੱਤਾ ਹੈ। ਉਸ ਧਰਮਖੰਡ ਦੀ ਸਟੇਜ ਤੋਂ
ਯਾਤਰਾ ਆਰੰਭ ਹੁੰਦੀ ਹੈ। ਧਰਮਖੰਡ ਤੋਂ ਅੱਗੇ ਗਿਆਨ ਖੰਡ ਆ ਜਾਂਦਾ ਹੈ। ਗਿਆਨ ਖੰਡ ਹਿੰਦੂ ਧਰਮ ਦੇ ਅਨੁਸਾਰ ਆਖਰੀ ਮੰਜ਼ਲ ਹੈ, ਪਰ ਸਿੱਖ ਧਰਮ ਦੇ ਮੁਤਾਬਕ ਇਹ ਦੂਸਰੀ ਮੰਜ਼ਲ ਹੈ। ਤੀਸਰੇ ਨੰਬਰ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਰਮ ਖੰਡ ਦਾ ਵਰਣਨ ਕੀਤਾ ਹੈ। ਸ਼ਰਮ ਤੋਂ ਅਰਥ ਹੈ ਵੈਰਾਗ, ਜਿੱਥੇ ਵੈਰਾਗੀ ਪੁਰਸ਼ ਜਿਨ੍ਹਾਂ ਦੇ ਮਨ ਦੇ ਵਿੱਚੋਂ ਸੰਸਾਰ ਦੀ ਵਾਸ਼ਨਾ ਖਤਮ ਹੋ ਜਾਂਦੀ ਹੈ, ਮਾਇਆ ਦੀ ਪਦਾਰਥਾਂ ਦੀ ਪਕੜ ਵੀ ਖਤਮ ਹੋ ਜਾਂਦੀ ਹੈ, ਔਰ ਉੱਥੇ ਜਾ ਕੇ ਉਹ ਮਹਾਂਪੁਰਖ ਰਹਿੰਦੇ ਹਨ। ਅਤੇ ਚੌਥੇ ਨੰਬਰ ਤੇ ਕਰਮਖੰਡ ਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਟੇਜ ਵਰਣਨ ਕੀਤੀ ਹੈ। ਕਰਮਖੰਡ ਦੇ ਅੰਦਰ ਧਰਮੀ ਸੂਰਮੇ ਅਤੇ ਭਗਤ ਹੋਰ ਜਿਹੜੇ ਉੱਚ ਅਵਸਥਾ ਵਾਲੇ, ਉੱਚੀ ਕਮਾਈ ਵਾਲੇ ਮਹਾਂਪੁਰਖ ਉੱਥੇ ਨਿਵਾਸ ਕਰਦੇ ਮੰਨੇ ਗਏ ਹਨ। ਪੰਜਵੇਂ ਨੰਬਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਆਖਰੀ ਮੰਜ਼ਲ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਸੱਚਖੰਡ ਆਖਿਆ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸੱਚਖੰਡ ਇੱਕ ਉਹ ਸਟੇਜ ਹੈ ਜਿੱਥੇ ਮਨੁੱਖ ਦੀ ਆਤਮਾ ਪਰਮਾਤਮਾ ਦੇ ਵਿੱਚ ਅਭੇਦ ਹੁੰਦੀ ਹੈ। ਸੱਚਖੰਡ ਦਾ ਅਰਥ ਹੈ ਉਹ ਸਥਾਨ ਜਿਹੜਾ ਕਦੀ ਨਾਸ ਨਾ ਹੋਵੇ, ਜਿਹੜਾ ਹਮੇਸ਼ਾ ਲਈ ਰਹਿਣ ਵਾਲਾ ਅਸਥਾਨ ਹੈ, ਉਸ ਨੂੰ ਸੱਚਖੰਡ ਕਿਹਾ ਜਾਂਦਾ ਹੈ। ਉਹ ਸੱਚਖੰਡ ਦੇ ਮੁਕਾਬਲੇ ਤੇ ਬਾਕੀ ਸਭ ਕੁਝ ਝੂਠ ਹੈ। ਦਿਨ ਰਵ ਚੱਲੈ ਨਿਸਸ ਚੱਲੈ, ਤਾਰਕਾ ਲੱਖ ਪਲੋਏ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਅਸਲੀ ਤੇ ਹਮੇਸ਼ਾ ਰਹਿਣ ਵਾਲਾ ਅਸਥਾਨ ਸੱਚਖੰਡ ਹੀ ਹੈ। ਬਾਕੀ ਤੇ ਚਾਹੇ ਕੋਈ ਸਵਰਗ ਹੈ, ਚਾਹੇ ਬਿਹਿਸ਼ਤ ਹੈ, ਚਾਹੇ ਬੈਕੁੰਠ ਹੈ, ਇੱਕ ਨਾ ਇੱਕ ਦਿਨ ਇਹ ਸਭ ਕੁਝ ਨਾਸ ਹੋ ਜਾਣਗੇ, ਕਿਉਂਕਿ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜਿਤਨੀ ਵੀ ਸੂਖਮ ਤੇ ਅਸੂਲ ਸ੍ਰਿਸ਼ਟੀ ਹੈ, ਇੱਕ ਨਾ ਇੱਕ ਦਿਨ ਇਹ ਨਾਸ ਹੁੰਦੀ ਹੀ ਹੁੰਦੀ ਹੈ। ਕੇਵਲ ਉਹ ਅਸਥਾਨ ਜਿੱਥੇ ਅਕਾਲ ਪੁਰਖ ਵਸਦਾ ਹੈ ਉਹੀ ਰਹਿ ਜਾਂਦਾ ਹੈ, ਬਾਕੀ ਸਭ ਕੁਝ ਖਤਮ ਹੋ ਜਾਂਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਆਖਰੀ ਮੰਜ਼ਲ ਹੈ ਉਹਨੂੰ ਸੱਚਖੰਡ ਦਾ ਨਾਮ ਦਿੱਤਾ ਹੈ, ਜਿੱਥੇ ਜਾ ਕੇ ਮਨੁੱਖ ਫਿਰ ਮੁੜ ਕੇ ਵਾਪਸ ਨਹੀਂ ਆ ਸਕਦਾ, ਜਿੱਥੇ ਜਾ ਕੇ ਹਮੇਸ਼ਾ ਲਈ ਮਨੁੱਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ। ਜਿਵੇਂ ਕੋਈ ਨਦੀ ਸਮੁੰਦਰ ਵਿੱਚ ਰਲ ਜਾਂਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੀ ਭਗਤੀ ਕਰਨ ਵਾਲਾ ਮਨੁੱਖ ਜਦੋਂ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ, ਉਹ ਸੱਚਖੰਡ ਦੀ ਅਵਸਥਾ ਹੈ, ਜਿੱਥੇ ਜਾ ਕੇ ਮੁੜ ਕੇ ਵਾਪਸ ਆਉਣ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਜਿਹੜਾ ਕਰਮਖੰਡ ਹੈ, ਕਰਮਖੰਡ ਭਗਤਾਂ ਦਾ ਦੇਸ਼ ਹੈ, ਸੂਰਮਿਆਂ ਦਾ ਦੇਸ਼ ਹੈ। ਉੱਥੋਂ ਤਾਂ ਵਾਪਸ ਆਇਆ ਜਾ ਸਕਦਾ ਹੈ, ਪਰ ਸੱਚਖੰਡ ਦੇ ਵਿੱਚ ਜਾ ਕੇ ਵਾਪਸ ਮੁੜ ਕੇ ਆਉਣਾ ਨਾਮੁਮਕਿਨ ਹੈ। ਇਹ ਤੇ ਵਾਹਿਗੁਰੂ ਪਰਮੇਸ਼ਰ ਦੀ ਮੌਜ ਹੈ। ਉਹ ਕੋਈ ਕੌਤਕ ਵਰਤਾ ਦੇਵੇ ਤਾਂ ਵੱਖਰੀ ਗੱਲ ਹੈ, ਵਰਨਾ ਜਿਹੜੀ ਨਦੀ ਸਮੁੰਦਰ ਵਿੱਚ ਰਲ ਜਾਂਦੀ ਹੈ ਉਹਦਾ ਮੁੜ ਕੇ ਵਾਪਸ ਆਉਣਾ ਨਾਮੁਮਕਿਨ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ 34ਵੀਂ ਪੌੜੀ ਦੇ ਅੰਦਰ ਧਰਮਖੰਡ ਦੀ ਸ਼ੁਰੂਆਤ ਕਰਦੇ ਨੇ, ਜਾਂ ਇਹ ਕਹਿ ਦਿਓ ਜਿਹੜੀ ਸਿੱਖ ਧਰਮ ਦੀ ਪਹਿਲੀ ਪੌੜੀ ਹੈ ਉਸ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਹਨ। ਕਿਉਂਕਿ ਪਿੱਛੇ 31ਵੀਂ ਪੌੜੀ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਸੰਕੇਤ ਦਿੱਤਾ ਸੀ, ਇਹ ਤਰਾਹੇ ਪਥ ਪਵੜੀਆਂ ਚੜ੍ਹਿਆ ਹੋਏ ਅਕੀਸ। ਇਹ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਹੈ, ਇਹਦੀਆਂ ਕੁਝ ਪੌੜੀਆਂ ਨੇ। ਪੌੜੀਆਂ ਤੋਂ ਮੁਰਾਦ ਹੈ ਸਟੇਜਾਂ ਦੀ।
ਕੁਝ ਐਸੀਆਂ ਸਟੇਜਾਂ ਨੇ, ਕੁਝ ਐਸੀਆਂ ਸਾਧਨਾਂ ਨੇ ਜਿਨ੍ਹਾਂ ਉੱਤੋਂ ਦੀ ਸਾਨੂੰ ਗੁਜ਼ਰਨਾ ਪੈਂਦਾ ਹੈ। ਜਿਵੇਂ ਕੋਈ ਬਹੁਤ ਉੱਚਾ ਕੋਈ ਅਸਥਾਨ ਹੋਵੇ, ਕੋਈ ਮੰਦਰ ਹੋਵੇ, ਕੋਈ ਬਿਲਡਿੰਗ ਹੋਵੇ, ਔਰ ਉੱਥੇ ਪੌੜੀਆਂ ਦੇ ਨਾਲ ਹੀ ਚੜ੍ਹਿਆ ਜਾਂਦਾ ਹੈ। ਹਜ਼ੂਰ ਕਹਿੰਦੇ ਕੁਝ ਐਸੀਆਂ ਪੌੜੀਆਂ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੀ ਮੰਜ਼ਿਲ ਤੇ ਜਾਣਾ ਹੈ। ਸਭ ਤੋਂ ਪਹਿਲੀ ਪੌੜੀ ਹੈ ਧਰਮ ਦੀ। ਧਰਮ ਕਿਸ ਨੂੰ ਕਹਿੰਦੇ ਹਨ? ਧਰਮ ਦਾ ਸੰਬੰਧ ਕਰਮ ਦੇ ਨਾਲ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਇਸ ਪੌੜੀ ਦੇ ਵਿੱਚ ਅੱਗੇ ਚੱਲ ਕੇ ਸਪਸ਼ਟ ਕੀਤਾ ਹੈ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਿਹੜਾ ਕਰਮ ਹੈ ਉਹ ਦੋ ਪ੍ਰਕਾਰ ਦਾ ਹੈ। ਇੱਕ ਵਿਧੀ ਕਰਮ ਹੈ, ਦੂਸਰਾ ਨਿਖਿਧ ਕਰਮ ਹੈ। ਜਿਹੜਾ ਵਿਧੀ ਕਰਮ ਹੈ ਔਰ ਉਹਨੂੰ ਧਰਮ ਦਾ ਕਰਮ ਆਖਿਆ ਜਾਂਦਾ ਹੈ। ਵਿਧੀ ਕਰਮ ਉਸ ਕਰਮ ਨੂੰ ਕਹਿੰਦੇ ਹਨ ਜੋ ਸ਼ੁਭ ਕਰਮ ਹੋਵੇ, ਨੇਕ ਅਮਲ ਹੋਵੇ, ਚੰਗਿਆਈ ਨੂੰ ਵਿਧੀ ਕਰਮ ਕਹਿੰਦੇ ਨੇ, ਵੀ ਜਿਹੜੇ ਚੰਗੇ ਕੰਮ ਕਰਨੇ ਚਾਹੀਦੇ ਨੇ। ਇਹ ਸਾਰੇ ਹੀ ਧਰਮ, ਸਾਰੇ ਮਹਾਂਪੁਰਖ ਇਹ ਸਿੱਖਿਆ ਤਾਂ ਅਕਸਰ ਦਿੰਦੇ ਹੀ ਹਨ ਕਿ ਹਰ ਮਨੁੱਖ ਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ, ਮਾੜੇ ਕੰਮਾਂ ਤੋਂ ਬਚਣਾ ਚਾਹੀਦਾ ਹੈ। ਫਰੀਦਾ ਜਿੰਨੀ ਕੰਮੇ ਨਾਹੇ ਗੁਣ, ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀਮ ਹੀ, ਸਾਈਂ ਦਾ ਦਰਬਾਰ। ਬਈ ਮਾੜੇ ਕੰਮਾਂ ਤੋਂ ਬਚੋ, ਮਾੜੇ ਕੰਮਾਂ ਦੀ ਸਜ਼ਾ ਵੀ ਮਾੜੀ ਹੀ ਹੁੰਦੀ ਹੈ। ਬਾਬਾ ਫਰੀਦ ਜੀ ਨੇ ਲਿਖਿਆ ਹੈ, ਦੇਖ ਕਪਾਹੈ ਜੇ ਥੀਆ, ਜੇ ਸਿਰ ਥੀਆ ਤਲਾਹ, ਕਮਾਦਾ ਅਰ ਕਾਗਦੈ, ਕੁੰਨੇ ਕੋਏ ਲਿਆਹ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਨਾਹ। ਬਾਬਾ ਫਰੀਦ ਜੀ ਕਹਿੰਦੇ ਨੇ, ਕਪਾਹ ਵੱਲ ਨਿਗਾਹ ਮਾਰ ਕੇ ਦੇਖੋ ਉਸ ਦੇ ਨਾਲ ਕੀ ਬੀਤਦੀ ਹੈ। ਕਪਾਹ ਨੂੰ ਵੇਲਣਿਆਂ ਦੇ ਵਿੱਚ ਦੀ ਪਿੰਜਿਆ ਜਾਂਦਾ ਹੈ। ਜਿਹੜੇ ਮਾੜੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਸਜ਼ਾਵਾਂ ਮਿਲਦੀਆਂ ਨੇ। ਅਤੇ ਨਾਲ ਹੀ ਤਿਲਾਂ ਵੱਲ ਇਸ਼ਾਰਾ ਕੀਤਾ ਹੈ। ਤਿਲਾਂ ਨੂੰ ਘਾਣੀ ਵਿੱਚ ਪੀੜਿਆ ਜਾਂਦਾ ਹੈ। ਇਸੇ ਤਰ੍ਹਾਂ ਪਾਪੀਆਂ ਨੂੰ ਵੀ ਘਾਣੀ ਪੀੜਿਆ ਜਾਂਦਾ ਹੈ। ਅਤੇ ਕਮਾਦ ਦੀ ਗੱਲ ਕੀਤੀ ਹੈ, ਤੇ ਜਿਹੜਾ ਕਮਾਦ ਹੈ ਉਹਨੂੰ ਵੀ ਘਲਾੜੀ ਵਿੱਚ ਪੀੜਿਆ ਜਾਂਦਾ ਹੈ, ਉਹਦਾ ਰਸ ਕੱਢਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਪਾਪੀ ਮਨੁੱਖ ਨੇ ਉਹਨਾਂ ਨੂੰ ਵੀ ਸਜ਼ਾ ਮਿਲਦੀ ਹੈ। ਕਾਗਜ਼ ਕਿਵੇਂ ਬਣਾਇਆ ਜਾਂਦਾ ਹੈ, ਉਹਨੂੰ ਪ੍ਰੈਸ ਕਰਕੇ ਕਿਵੇਂ ਉਸ ਨੂੰ ਬਰੀਕ ਬਰੀਕ ਮਸ਼ੀਨਾਂ ਵਿੱਚੋਂ ਦੀ ਕੱਢਿਆ ਜਾਂਦਾ ਹੈ, ਇਹ ਵੀ ਇੱਕ ਸਜ਼ਾ ਹੈ। ਭੱਠੀ ਵਿੱਚ ਪਏ ਕੋਲਿਆਂ ਨੂੰ ਦੇਖਣਾ ਚਾਹੀਦਾ ਹੈ, ਕਿਵੇਂ ਅੱਗ ਵਿੱਚ ਪਏ ਸੜਦੇ ਨੇ। ਤੇ ਜਿਹੜੇ ਮਾੜੇ ਕੰਮ ਕਰਦੇ ਨੇ, ਬਾਬਾ ਫਰੀਦ ਜੀ ਕਹਿੰਦੇ ਨੇ, ਇਹ ਸਜ਼ਾਏ ਤਨਾਹ, ਇਹ ਉਹਨਾਂ ਨੂੰ ਸਜ਼ਾ ਪਾਈ ਮਿਲਦੀ ਹੈ, ਇਹ ਉਹਨਾਂ ਨੂੰ ਸਜ਼ਾ ਭੋਗਣੀ ਪੈਂਦੀ ਹੈ। ਇਸ ਲਈ ਮਾੜੇ ਕਰਮ ਕਰਨ ਤੋਂ ਬਚਣਾ ਚਾਹੀਦਾ। ਇਹਦੇ ਮੁਕਾਬਲੇ ਤੇ ਸਾਨੂੰ ਜਿਹੜੇ ਕੰਮ ਮਹਾਂਪੁਰਖ ਕਹਿੰਦੇ ਨੇ ਉਹ ਕਰਨੇ ਚਾਹੀਦੇ ਨੇ। ਸਾਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਿਆ ਬਖਸ਼ਿਸ਼ ਕੀਤੀ ਹੈ, ਗੁਰਸਿੱਖਾ ਤੂੰ ਧਰਮ ਦੀ ਕਿਰਤ ਕਰਨੀ ਹੈ, ਧਰਮ ਦੇ ਕੰਮ ਕਰਨੇ ਨੇ। ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਕੇਵਲ ਕਰਮ ਭਰਮ ਸੇ ਚੀਨਾ ਹੋ, ਧਰਮ ਕਰਮ ਅਨਰਾਗੋ। ਜਿਹੜੇ ਕੇਵਲ ਕਰਮ ਨੇ ਉਹ ਤੇ ਭਰਮ ਰੂਪ ਨੇ। ਸਿਰਫ ਵਹਿਮਾਂ ਭਰਮਾਂ ਦਾ ਹੀ ਉਹ ਚੱਕਰ ਚਲਾਇਆ ਹੋਇਆ ਹੈ। ਜਿਹੜੇ ਧਰਮ ਦੇ ਕੰਮ ਸਾਨੂੰ ਕਰਨੇ ਚਾਹੀਦੇ ਨੇ, ਪਰਉਪਕਾਰ ਦੇ ਕੰਮ ਕਰਨੇ ਚਾਹੀਦੇ ਨੇ। ਕਲਗੀਧਰ ਪਾਤਸ਼ਾਹ ਨੇ ਤਾਂ ਮੰਗਿਆ ਹੀ ਇਹ ਹੈ ਅਕਾਲ ਪੁਰਖ ਪਾਸੋਂ, ਦੇਹੋ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਧਰਮ ਦੇ ਕੰਮ ਨੇ। ਸੇਵਾ ਕਰਨੀ, ਸਿਮਰਨ ਕਰਨਾ, ਕੁਰਬਾਨੀ ਕਰਨੀ, ਇਹ ਧਰਮ ਦੇ ਕੰਮ ਨੇ। ਵਿੱਚ ਦੁਨੀਆ ਸੇਵ ਕਮਾਈਐ, ਤੋ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਹਜ਼ੂਰ ਕਹਿੰਦੇ ਧਰਮ ਦੇ ਕੰਮ ਕਰੋ,
ਜਿਹੜੇ ਇਕੱਲੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ। ਅਤੇ ਨਾਲ ਹੀ ਕਲਗੀਧਰ ਪਾਤਸ਼ਾਹ ਨੇ ਜਿਹੜਾ 9 ਸਰੂਪਾਂ ਦੇ ਅੰਦਰ ਸਤਿਗੁਰੂ ਨੇ ਧਰਮ ਦੀ ਖੇਤੀ ਬੀਜੀ ਸੀ, ਗੁਰਸਿੱਖਾਂ ਨੂੰ ਧਰਮ ਕਰਮ ਦ੍ਰਿੜ ਕਰਵਾਇਆ ਸੀ, ਉਹਦੀ ਹਿਫਾਜ਼ਤ ਕਰਨ ਦੇ ਲਈ, ਉਹਦੀ ਰੱਖਿਆ ਕਰਨ ਦੇ ਵਾਸਤੇ ਇੱਕ ਐਸੀ ਰਹਿਤ ਮਰਜ਼ਾਦਾ ਦੀ ਵਾੜ ਵੀ ਕਰ ਦਿੱਤੀ। ਗੁਰਬਾਣੀ ਵਿੱਚ ਇੱਕ ਪੰਕਤੀ ਆਈ ਹੈ, ਸਾਚ ਧਰਮ ਕੀ ਕਰ ਦੀਨੀ ਵਾੜ, ਸੱਚੇ ਧਰਮ ਦੀ ਕਲਗੀਧਰ ਪਾਤਸ਼ਾਹ ਨੇ ਇੱਕ ਵਾੜ ਵੀ ਬਣਾ ਦਿੱਤੀ। ਉਹ ਵਾੜ ਕੀ ਸੀ? ਉਹ ਵਾੜ ਹੈ ਜਿਹੜੀ ਸਿੱਖੀ ਦੀ ਰਹਿਤ ਹੈ। ਰਹਿਤ ਵੀ 2 ਕਿਸਮ ਦੀ ਹੈ, ਇੱਕ ਬਾਣੀ ਦੀ ਰਹਿਤ ਹੈ, ਦੂਸਰੀ ਬਾਣੇ ਦੀ ਰਹਿਤ ਹੈ। ਜਿਹੜੀ ਬਾਣੀ ਦੀ ਰਹਿਤ ਹੈ ਉਹ ਗੁਰਸਿੱਖ ਦਾ ਅਮਲੀ ਜੀਵਨ ਹੈ, ਜਿਸ ਨੂੰ ਆਪਾਂ ਧਰਮ ਦੀ ਖੇਤੀ ਕਹਿ ਸਕਦੇ ਹਾਂ। ਅਤੇ ਉਹਦੀ ਰੱਖਿਆ ਲਈ ਸਤਿਗੁਰੂ ਨੇ ਜੋ ਵਾੜ ਕੀਤੀ ਹੈ, ਬਾਣਾ ਦਿੱਤਾ ਹੈ, 5 ਕਕਾਰਾਂ ਦੀ ਰਹਿਤ ਬਖਸ਼ੀ ਹੈ, ਇਹ ਉਸ ਨੂੰ ਸੰਭਾਲਣ ਦੇ ਲਈ, ਉਹਦੀ ਹਿਫਾਜ਼ਤ ਵਾਸਤੇ ਸਤਿਗੁਰੂ ਨੇ ਗੁਰਸਿੱਖ ਨੂੰ ਬਖਸ਼ਿਸ਼ ਕੀਤੀ ਹੈ। ਅਸੀਂ ਵੇਖਦੇ ਹਾਂ ਜਿਹੜੇ ਸਿਆਣੇ ਜ਼ਿਮੀਂਦਾਰ ਹੁੰਦੇ ਨੇ, ਔਰ ਉਹ ਜਦੋਂ ਵੀ ਕੋਈ ਚੰਗੀ ਫਸਲ ਖੇਤ ਵਿੱਚ ਬੀਜਦੇ ਹਨ ਤੇ ਖੇਤ ਦੇ ਆਲੇ ਦੁਆਲੇ ਉਹ ਵਾੜ ਵੀ ਕਰਦੇ ਨੇ। ਤੇ ਇਹ ਵੀ ਗੱਲ ਖਿਆਲ ਰੱਖਣੀ ਚਾਹੀਦੀ ਹੈ, ਜਿਹੜੀ ਉਹ ਵਾੜ ਹੈ ਉਹ ਕੰਡਿਆਂ ਦੀ ਵਾੜ ਹੁੰਦੀ ਹੈ, ਜਿਹੜੀ ਰੱਖਿਆ ਕਰਦੀ ਹੈ ਖੇਤ ਦੀ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਧਰਮ ਰੂਪੀ ਖੇਤੀ ਦੀ ਵਾੜ ਕਰਨ ਦੇ ਲਈ ਜਿਹੜੇ 5 ਕਕਾਰ ਬਖਸ਼ੇ ਨੇ, ਇਹ ਮਾਨੋ ਕੰਡਿਆਂ ਦੀ ਵਾੜ ਹੈ। ਜਿਸ ਗੁਰਸਿੱਖ ਦੇ ਕੋਲ 5 ਕਕਾਰ ਨੇ, ਉਹ ਆਪਣੇ ਧਰਮ ਦੀ ਖੇਤੀ ਦੀ ਹਿਫਾਜ਼ਤ ਕਰ ਸਕਦਾ ਹੈ, ਤੇ ਜਿਸ ਦੇ ਕੋਲ ਇਹ ਵਾੜ ਨਹੀਂ, ਉਹਦੀ ਖੇਤੀ ਨੂੰ ਕਿਸੇ ਵੇਲੇ ਵੀ ਕੋਈ ਪਸ਼ੂ ਉਜਾੜ ਸਕਦੇ ਨੇ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਗੱਲ ਸਮਝਾਈ, ਇਹ ਗੁਰਸਿੱਖਾ, ਇਹ ਸਿੱਖੀ ਦੇ 5 ਨਿਸ਼ਾਨ ਨੇ, ਸਤਿਗੁਰੂ ਦੇ ਬਚਨ ਹਨ। ਕਈ ਵਿਦਵਾਨਾਂ ਦਾ ਖਿਆਲ ਆ ਵੀ ਭਾਈ ਨੰਦ ਲਾਲ ਜੀ ਨੇ ਇਹ ਬਚਨ ਆਖੇ ਨੇ। ਚਲੋ ਭਾਈ ਨੰਦ ਲਾਲ ਜੀ ਨੇ ਉਹਨਾਂ ਨੂੰ ਲਿਖਿਆ ਹੋਵੇਗਾ, ਪਰ ਹੈ ਤੇ ਕਲਗੀਧਰ ਪਾਤਸ਼ਾਹ ਦੇ ਹੀ ਇਹ ਸਿਧਾਂਤ। ਨਿਸ਼ਾਨੇ ਸਿੱਖੀ 5 ਹਰ ਪਸਤ ਕਾਫ, ਹਰਗਿਜ਼ ਨਾ ਬਾਸ਼ਦ ਅਜ਼ੀ 5 ਮੁਆਫ, ਕੜਾ ਕਾਰ ਦੋ ਕਸ਼ ਕੰਗੇ ਬਿਦਾਂ, ਬਿਲਾ ਕੇ ਸਹੇ ਚਸ ਜੁਮਲੇ ਨਿਸ਼ਾਂ। ਇਹ ਫਾਰਸੀ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਨੂੰ ਰਹਿਤ ਦ੍ਰਿੜ ਕਰਵਾਈ। ਨਿਸ਼ਾਨੇ ਸਿੱਖੀ 5 ਹਰ ਪਸਤ ਕਾਫ, ਹਜ਼ੂਰ ਕਹਿੰਦੇ ਜਿਹੜੇ ਸਿੱਖੀ ਦੇ ਨਿਸ਼ਾਨ 5 ਕਾਫ, ਕਾਫ ਕੱਕੇ ਨੂੰ, ਕਕਾਰ ਨੂੰ ਕਹਿੰਦੇ ਨੇ। ਜਿਵੇਂ ਕਈ ਸਿੰਘ 5 ਕੱਕੇ ਵੀ ਕਹਿ ਦਿੰਦੇ ਨੇ ਤੇ ਕਈ ਕਕਾਰ ਵੀ ਕਹਿ ਦਿੰਦੇ ਨੇ। ਕੱਕਾ ਪੰਜਾਬੀ ਦਾ ਲਫ਼ਜ਼ ਹੈ ਤੇ ਕਕਾਰ ਸੰਸਕ੍ਰਿਤ ਦਾ ਹੈ ਤੇ ਕਾਫ ਫਾਰਸੀ ਦਾ ਲਫ਼ਜ਼ ਹੈ, ਮਤਲਬ ਇਹਨਾਂ ਦਾ ਇੱਕੋ ਹੀ ਹੈ। ਹਜ਼ੂਰ ਕਹਿੰਦੇ ਨੇ ਨਿਸ਼ਾਨੇ ਸਿੱਖੀ 5 ਹਰ ਪਸਤ ਕਾਫ, ਇਹ ਜਿਹੜੀਆਂ 5 ਕਾਫ ਨੇ, 5 ਕੱਕੇ ਨੇ, 5 ਕਕਾਰ ਨੇ, ਇਹ ਸਿੱਖੀ ਦੀਆਂ 5 ਨਿਸ਼ਾਨੀਆਂ ਨੇ। ਇਹ ਧਰਮ ਦੀ ਖੇਤੀ ਦੀ ਵਾੜ ਹੈ। ਨਾਲ ਹੀ ਸਤਿਗੁਰੂ ਨੇ ਇੱਕ ਬੜੀ ਵੱਡੀ ਗੁਰਸਿੱਖ ਨੂੰ ਹਦਾਇਤ ਕੀਤੀ ਹੈ, ਹਰਗਿਜ਼ ਨਾ ਬਾਸ਼ਦ ਅਜ਼ੀ 5 ਮੁਆਫ। ਗੁਰਸਿੱਖਾ, ਇਹਨਾਂ 5 ਦੇ ਵਿੱਚੋਂ, ਹਰਗਿਜ਼ ਦਾ ਅਰਥ ਹੈ ਕਦਾਚਿਤ, ਕਿਸੇ ਵੇਲੇ ਵੀ ਤੈਨੂੰ ਕੋਈ ਵੀ ਰਹਿਤ ਮਾਫ ਨਹੀਂ ਹੋ ਸਕਦੀ, ਕਿਉਂਕਿ ਕੋਈ ਵੀ ਜ਼ਿਮੀਂਦਾਰ ਇਹ ਬਰਦਾਸ਼ਤ ਨਹੀਂ ਕਰਦਾ ਵੀ ਉਹਦੇ ਖੇਤ ਦੀ ਵਾੜ ਕਿਸੇ ਪਾਸਿਓਂ ਕਮਜ਼ੋਰ ਹੋਵੇ, ਕਿਉਂਕਿ ਜੇ ਵਾੜ ਹੀ ਕਮਜ਼ੋਰ ਹੋ ਗਈ ਤੇ ਫਿਰ ਫਸਲ ਦਾ ਨੁਕਸਾਨ ਹੋਣਾ ਲਾਜ਼ਮੀ ਹੋ ਜਾਂਦਾ ਹੈ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਇਸ ਵਾੜ ਨੂੰ ਬੜਾ ਮਜ਼ਬੂਤ ਕੀਤਾ ਹੈ। ਨਾਲ ਇਹ ਵਾਰਨਿੰਗ ਵੀ ਦਿੱਤੀ ਹੈ, ਗੁਰਸਿੱਖਾ, ਹਰਗਿਜ਼ ਨਾ ਬਾਸ਼ਦ ਅਜ਼ੀ 5 ਮੁਆਫ। ਇਹ ਜਿਹੜੇ 5 ਕਕਾਰ ਨੇ, ਸਿੱਖੀ ਦੀ ਰਹਿਤ ਹੈ, ਇਹ ਧਰਮ ਦੀ ਵਾੜ ਹੈ।
ਔਰ ਇਹ ਕਦੇ ਵੀ ਤੈਨੂੰ ਮਾਫ ਨਹੀਂ ਹੋ ਸਕੇਗੀ। ਜੇ ਤੂੰ ਆਖੇ ਬਈ ਮੈਂ ਇਹ ਕਕਾਰ ਨਹੀਂ ਰੱਖ ਸਕਦਾ, ਮੈਂ ਕਿਰਪਾਨ ਨਹੀਂ ਰੱਖ ਸਕਦਾ, ਮੈਂ ਕੇਸ ਨਹੀਂ ਰੱਖ ਸਕਦਾ, ਕੇਸ ਤਾਂ ਗੁਰੂ ਦੀ ਮੋਹਰ ਹੈ। ਜੇ ਹੁਣ ਮੋਹਰ ਵੀ ਸਾਡੇ ਕੋਲ ਨਾ ਹੋਈ ਤੇ ਫਿਰ ਅਸੀਂ ਸਿੱਖ ਕਿਵੇਂ ਹੋਵਾਂਗੇ? ਇਹ ਗੱਲ ਸੋਚਣ ਵਾਲੀ ਹੈ, ਕਿਉਂਕਿ ਇਹ ਗੱਲ ਧਰਮ ਦੀ ਚੱਲ ਰਹੀ ਹੈ। ਕਲਗੀਧਰ ਪਾਤਸ਼ਾਹ ਨੇ ਸਾਡੇ ਲਈ ਇਹ ਮਰਜ਼ਾਦਾ ਬਣਾਈ। ਸਿਆਣਾ ਜ਼ਿਮੀਂਦਾਰ ਜਦੋਂ ਵੇਖਦਾ ਵੀ ਇੱਥੋਂ ਵਾੜ ਕਮਜ਼ੋਰ ਹੋ ਗਈ ਹੈ, ਉਹ ਉਸ ਨੂੰ ਹੋਰ ਮਜ਼ਬੂਤ ਕਰਦਾ, ਉਹਨੂੰ ਹੋਰ ਪੱਕੀ ਕਰਦਾ ਵੀ ਵਾੜ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਹੋਣੀ ਚਾਹੀਦੀ। ਜਦੋਂ ਵਾੜ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ, ਰਹਿਤ ਵਿੱਚ ਕੋਈ ਕਮੀ ਪੇਸ਼ੀ ਆ ਜਾਂਦੀ ਹੈ, ਤੇ ਫਿਰ ਸਿੱਖੀ ਨੂੰ ਖਤਰਾ ਹੀ ਖਤਰਾ ਹੈ, ਫਿਰ ਧਰਮ ਨੂੰ ਖਤਰਾ ਹੀ ਖਤਰਾ ਹੈ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਆਖਿਆ, ਗੁਰਸਿੱਖਾ, ਇਹਨਾਂ ਪੰਜਾਂ ਦੇ ਵਿੱਚੋਂ ਪੰਜ ਜਿਹੜੇ ਕਾਫ ਨੇ, ਪੰਜ ਕਕਾਰ ਨੇ, ਕਦੇ ਵੀ ਤੈਨੂੰ ਇਹਦੇ ਵਿੱਚੋਂ ਕੋਈ ਮਾਫ ਨਹੀਂ ਹੋ ਸਕਦਾ। ਹੁਣ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਹਾਂ, ਜਿਨ੍ਹਾਂ ਨੇ ਹਾਲੇ ਸਿੱਖੀ ਦੀ ਯਾਤਰਾ ਆਰੰਭ ਕਰਨੀ ਹੈ, ਉਹਨਾਂ ਨੂੰ ਆਪਣੇ ਜੀਵਨ ਵੱਲ ਤੇ ਆਪਣੇ ਅੰਦਰ ਵੱਲ ਝਾਤ ਮਾਰ ਕੇ ਵੇਖਣਾ ਚਾਹੀਦਾ ਵੀ ਜਿਹੜਾ ਸਿੱਖੀ ਦੀ ਪਹਿਲੀ ਸਟੇਜ ਹੈ ਧਰਮ, ਅਸੀਂ ਤਾਂ ਉਹਦੇ ਵਿੱਚ ਵੀ ਪ੍ਰਵੇਸ਼ ਨਹੀਂ ਕਰ ਰਹੇ। ਸਾਨੂੰ ਕੇਸ ਰੱਖਣੇ ਵੀ ਔਖੇ ਨੇ, ਦਾੜੀ ਰੱਖਣੀ ਵੀ ਔਖੀ ਹੈ। ਅਸੀਂ ਆਪਣੀ ਵਾੜ ਨੂੰ ਹੀ ਸੰਭਾਲ ਨਹੀਂ ਸਕਦੇ ਤੇ ਧਰਮ ਦੀ ਖੇਤੀ ਨੂੰ ਕਿਵੇਂ ਸੰਭਾਲਾਂਗੇ? ਜੇ ਵਾੜ ਮਜ਼ਬੂਤ ਨਹੀਂ ਤੇ ਸਿੱਖੀ ਵੀ ਮਜ਼ਬੂਤ ਨਹੀਂ ਕਦੀ ਰਹਿ ਸਕਦੀ। ਭਾਵੇਂ ਠੀਕ ਹੈ, ਕਹਿੰਦੇ ਨੇ ਵਾੜ ਨੂੰ ਕੋਈ ਫੁੱਲ ਜਾਂ ਫਲ ਨਹੀਂ ਲੱਗਦੇ, ਪਰ ਇੰਨਾ ਤੇ ਜ਼ਰੂਰ ਹੈ ਨਾ, ਉਹ ਫਸਲ ਦੀ ਰਾਖੀ ਤੇ ਕਰਦੀ ਹੈ ਨਾ। ਭਾਵੇਂ ਠੀਕ ਹੈ ਵਾੜ ਕੰਡਿਆਂ ਦੀ ਹੁੰਦੀ ਹੈ, ਪਰ ਦੁਸ਼ਮਣ ਨੂੰ ਰੋਕਣ ਦੇ ਵਾਸਤੇ ਕੰਡੇ ਵੀ ਚਾਹੀਦੇ ਨੇ, ਕਿਰਪਾਨ ਵੀ ਚਾਹੀਦੀ ਹੈ, ਸ਼ਸਤਰ ਵੀ ਚਾਹੀਦੇ ਨੇ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਸਾਹਿਬ ਨੂੰ ਮੀਰੀ ਤੇ ਪੀਰੀ ਦਾ, ਸ਼ਕਤੀ ਤੇ ਭਗਤੀ ਦਾ ਹੀ ਚਿੰਨ੍ਹ ਪ੍ਰਵਾਨ ਕੀਤਾ ਹੈ। ਬਈ ਕੋਈ ਗੁਰਸਿੱਖ ਇਹ ਨਾ ਆਖੇ ਬਈ ਮੈਂ ਧਰਮੀ ਬਣਨਾ ਜਾਂ ਮੈਂ ਰਾਜਨੀਤਿਕ ਬਣਨਾ। ਸਿੱਖੀ ਦੀ ਰਾਹ ਦੋਹਾਂ ਨੂੰ ਧਾਰਨ ਕਰਨੀ ਪਵੇਗੀ, ਕਿਉਂਕਿ ਸਿੱਖੀ ਤੇ ਸਰਬ ਸਾਂਝੀ ਹੈ। ਚਾਹੇ ਕੋਈ ਗੁਰਸਿੱਖ ਸੇਵਾ ਕਰਦਾ ਹੈ, ਚਾਹੇ ਕੋਈ ਕਿਰਤ ਕਰਦਾ ਹੈ, ਚਾਹੇ ਕੋਈ ਧਰਮ ਦਾ ਕੰਮ ਕਰਦਾ ਹੈ, ਚਾਹੇ ਕੋਈ ਹੋਰ ਬਿਜ਼ਨਸ ਕਰਦਾ ਹੈ, ਸਿੱਖੀ ਦੀ ਰਹਿਤ ਮਰਜ਼ਾਦਾ ਹਰ ਸਿੱਖ ਦੇ ਲਈ ਇੱਕ ਬਰਾਬਰ ਹੈ। ਵਾੜ ਤੇ ਚਾਹੀਦੀ ਹੈ ਖੇਤੀ ਵਾਸਤੇ, ਜੇ ਵਾੜ ਹੀ ਨਾ ਹੋਈ ਤੇ ਅਸੀਂ ਹੁਣ ਜਿਹੜੇ ਸਿੱਖ ਲੋਕ ਹਾਂ, ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਅਸੀਂ ਆਪ ਹੀ ਸਿੱਖੀ ਦੀ ਵਾੜ ਨੂੰ ਤੋੜਨ ਲੱਗੇ ਹੋਏ ਹਾਂ। ਆ ਜਿਹੜੀ ਕੇਸਾਂ ਦੀ, ਰੋਮਾਂ ਦੀ ਬੇਅਦਬੀ ਹੈ, ਸਿੱਖੀ ਦੀ ਰਹਿਤ ਮਰਜ਼ਾਦਾ ਨੂੰ ਐਵੇਂ ਵਾਧੂ ਭਾਰ ਸਮਝਣਾ, ਬੇਲੋੜਾ ਸਮਝਣਾ, ਇਹ ਸਿੱਖੀ ਦੀ ਵਾੜ ਨੂੰ ਤੋੜਨ ਦੀ ਗੱਲ ਅਸੀਂ ਖੁਦ ਕਰੀ ਜਾ ਰਹੇ ਹਾਂ। ਪਰ ਬਾਬਾ ਭਗਤ ਕਬੀਰ ਜੀ ਦੀ ਸਿੱਖਿਆ ਯਾਦ ਰੱਖਣੀ ਚਾਹੀਦੀ ਹੈ। ਕਬੀਰ ਜੀ ਕਹਿੰਦੇ ਨੇ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਅਸੀਂ ਦੁਨੀਆ ਵਾਸਤੇ ਦੀਨ ਦਾ ਅਰਥ ਹੈ ਆਪਣਾ ਧਰਮ, ਆਪਣਾ ਈਮਾਨ, ਆਪਣਾ ਮਜ਼ਹਬ, ਆਪਣਾ ਧਰਮ ਵੇਚੀ ਜਾ ਰਹੇ ਹਾਂ, ਧਰਮ ਨੂੰ ਖਰਾਬ ਕਰੀ ਜਾ ਰਹੇ ਹਾਂ। ਪਰ ਕਬੀਰ ਜੀ ਕਹਿੰਦੇ ਨੇ, ਜਿਸ ਦੁਨੀਆ ਵਾਸਤੇ ਤੁਸੀਂ ਆਪਣਾ ਦੀਨ ਖਰਾਬ ਕਰਦੇ ਹੋ, ਸਾਡਾ ਇਹ ਬਹਾਨਾ ਹੁੰਦਾ ਹੈ ਜੀ ਸਾਨੂੰ ਚੰਗੀ ਜੋਬ ਨਹੀਂ ਮਿਲਦੀ, ਸਾਡੇ ਬਿਜ਼ਨਸ ਦੇ ਵਿੱਚ ਫਰਕ ਪੈਂਦਾ ਜੀ, ਅਸੀਂ ਸਿੱਖੀ ਧਾਰਨ ਕਰ ਲਈ। ਸਭ ਬਹਾਨੇ ਨੇ, ਸਾਡੀਆਂ ਮਨ ਦੀਆਂ ਕਮਜ਼ੋਰੀਆਂ ਨੇ। ਸਿਆਣੇ ਕਹਿੰਦੇ ਨੇ, ਮਨ ਹਰਾਮੀ ਹੁਜਤਾਂ ਢੇਰ। ਗੁਰੂ ਤੇ ਭਰੋਸਾ ਰੱਖੋ, ਤੁਹਾਨੂੰ ਕੀ ਨਹੀਂ ਮਿਲ ਸਕਦਾ। ਦੇਣ ਵਾਲਾ ਤੇ ਸਤਿਗੁਰੂ ਹੈ ਨਾ। 10 ਵਸਤੂ ਲੈ ਪਾਛੈ ਪਾਵੈ, ਏਕ ਬਸ ਕਾਰਨ ਬਖੋਟ ਗਵਾਵੈ, ਏਕ ਪੀਨਾ ਦੇ 10 ਪੀ ਹਿਰ ਲੈ, ਤਉ ਮੂੜਾ ਕਉ ਕਹਾਂ ਕਰੇ। ਜੇ ਸਤਿਗੁਰੂ ਕੋਲੋਂ ਅਰਦਾਸਾਂ ਕਰ ਕਰਕੇ ਅਸੀਂ ਬਿਜ਼ਨਸ ਮੰਗਦੇ ਹਾਂ, ਸੁੱਖ ਮੰਗਦੇ ਹਾਂ, ਸਭ ਕੁਝ ਮੰਗਦੇ ਹਾਂ, ਤੇ ਉਸ ਗੁਰੂ ਦੀ ਇੱਕ ਵੀ ਗੱਲ ਮੰਨਣ ਨੂੰ ਅਸੀਂ ਤਿਆਰ ਨਹੀਂ। 10 ਲੈਨੇ ਆ
ਤੇ ਇੱਕ ਵੀ ਚੀਜ਼ ਗੁਰੂ ਨੂੰ ਦੇਣ ਲਈ ਤਿਆਰ ਨਹੀਂ। ਤੇ ਸਤਿਗੁਰੂ ਕਿੰਨੇ ਤਰੀਕੇ ਨਾਲ ਜੁਗਤ ਨਾਲ ਸਾਨੂੰ ਸਮਝਾਉਂਦੇ ਹਨ। ਉਹ ਭਲਿਆ ਲੋਕਾ, ਜਿਹੜੀਆਂ ਜੇ ਵਾਹਿਗੁਰੂ ਪਰਮੇਸ਼ਰ ਚਾਹੇ, ਜਿਹੜੀਆਂ ਤੈਨੂੰ ਦੱਸ ਦਿੱਤੀਆਂ ਨੇ ਉਹ ਵੀ ਖੋਹ ਲਵੇ ਤੇ ਅੱਗੇ ਲਈ ਇੱਕ ਵੀ ਤੈਨੂੰ ਕੋਈ ਚੀਜ਼ ਨਾ ਦੇਵੇ, ਫਿਰ ਕੀ ਕਰ ਲਵੇਂਗਾ? ਉਹਦੇ ਮੂਹਰੇ ਕੋਈ ਜ਼ੋਰ ਥੋੜ੍ਹਾ ਹੈ।